ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਕੰਟੈਂਟ ਆਫ NSQF ਵਿੱਚ ਮੈਂ ਵੋਕੇਸ਼ਨਲ ਟ੍ਰੇਨਰ ਓਂਕਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਤਾਲਾ ਬॉयਜ਼ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਪਿਆਰੇ ਬੱਚਿਓ। ਅੱਜ ਦਾ ਸਾਡਾ ਟੌਪਿਕ ਹੈ ਬੇਟਾ ਕਲਾਸ 10th ਯੂਨਿਟ 3 ਟ੍ਰੈਫਿਕ ਕੰਟਰੋਲ ਐਂਡ ਪਾਰਕਿੰਗ। ਬੇਟਾ ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਹਰ ਸਾਲ ਜਨਸੰਖਿਆ ਵਿੱਚ ਵਾਧਾ ਹੋ ਰਿਹਾ ਹੈ, ਇਸੇ ਹੀ ਤਰ੍ਹਾਂ ਦਿਨ ਪ੍ਰਤੀ ਦਿਨ ਗੱਡੀਆਂ ਮੋਟਰਾਂ ਕਾਰਾਂ ਦੀ ਗਿਣਤੀ ਵਿੱਚ ਵੀ ਬਹੁਤ ਭਾਰੀ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸੜਕਾਂ ਉੱਪਰ ਟ੍ਰੈਫਿਕ ਅਤੇ ਆਵਾਜਾਈ ਬਹੁਤ ਹੀ ਵੱਧ ਚੁੱਕੀ ਹੈ। ਬੇਟਾ ਜਰਾ ਸੋਚੋ ਕਿ ਅਗਰ ਹਰ ਕੋਈ ਵਾਹਨ ਚਾਲਕ ਸੜਕ ਉੱਪਰ ਆਪਣੀ ਮਰਜ਼ੀ ਨਾਲ ਹੀ ਆਪਣੀ ਗੱਡੀ ਚਲਾਵੇਗਾ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਦੁਰਘਟਨਾਵਾਂ ਦਾ ਸਾਹਮਣਾ ਕਰਨਾ ਪਵੇਗਾ। ਇਹਨਾਂ ਦੁਰਘਟਨਾਵਾਂ ਅਤੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੇ ਕੁਝ ਨਿਯਮ ਅਤੇ ਟ੍ਰੈਫਿਕ ਕੰਟਰੋਲ ਡਿਵਾਈਸਿਸ ਬਣਾਏ ਨੇ, ਜਿਨ੍ਹਾਂ ਦੀ ਮਦਦ ਨਾਲ ਅਸੀਂ ਟ੍ਰੈਫਿਕ ਕੰਟਰੋਲ ਜਾਂ ਦੁਰਘਟਨਾਵਾਂ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਾਂ। ਆਓ ਹੁਣ ਜਾਣਦੇ ਹਾਂ ਕਿ ਉਹ ਕਿਹੜੇ-ਕਿਹੜੇ ਟ੍ਰੈਫਿਕ ਕੰਟਰੋਲ ਡਿਵਾਈਸਿਸ ਹਨ ਜਿਨ੍ਹਾਂ ਦੀ ਮਦਦ ਨਾਲ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾ ਹੈ ਟ੍ਰੈਫਿਕ ਸਾਈਨ ਜਾਂ ਰੋਡ ਸਾਈਨ, ਦੂਸਰਾ ਹੈ ਟ੍ਰੈਫਿਕ ਸਿਗਨਲ, ਤੀਸਰਾ ਹੈ ਰੋਡ ਮਾਰਕਿੰਗ। ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਟ੍ਰੈਫਿਕ ਸਾਈਨ ਜਾਂ ਰੋਡ ਸਾਈਨ। ਬੇਟਾ ਆਮ ਤੌਰ 'ਤੇ ਅਸੀਂ ਜਦੋਂ ਸੜਕ ਉੱਤੇ ਜਾਂਦੇ ਹਾਂ ਤਾਂ ਤੁਸੀਂ ਦੇਖਿਆ ਹੀ ਹੋਵੇਗਾ ਕਿ ਸੜਕ ਦੇ ਕਿਨਾਰੇ-ਕਿਨਾਰੇ ਕੁਝ ਖੰਭੇ ਜਾਂ ਬੋਰਡ ਲੱਗੇ ਹੋਏ ਹੁੰਦੇ ਹਨ। ਉਹਨਾਂ ਉੱਪਰ ਕੁਝ ਤਸਵੀਰਾਂ ਜਾਂ ਕੁਝ ਨਾ ਕੁਝ ਲਿਖਿਆ ਹੁੰਦਾ ਹੈ, ਜਿਵੇਂ ਖੱਬੇ ਮੋੜ ਹੈ, ਸੱਜੇ ਮੋੜ ਹੈ, ਗੱਡੀ ਹੌਲੀ ਹੌਲੀ ਚਲਾਓ, ਅੱਗੇ ਸਕੂਲ ਹੈ, ਅੱਗੇ ਹੌਸਪੀਟਲ ਹੈ, ਅੱਗੇ ਪੈਟਰੋਲ ਪੰਪ ਹੈ, ਸਪੀਡ ਲਿਮਿਟ 50 ਤੋਂ ਉੱਪਰ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸਾਈਨ। ਇਹ ਸਾਰੇ ਹੀ ਰੋਡ ਸਾਈਨ ਟ੍ਰੈਫਿਕ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ ਅਤੇ ਹਾਦਸਿਆਂ ਨੂੰ ਰੋਕਣ ਵਿੱਚ ਵੀ ਮਦਦ ਕਰਦੇ ਹਨ। ਭਾਰਤ ਸਰਕਾਰ ਦੇ ਮੋਟਰ ਵਹੀਕਲ ਐਕਟ 1939 ਦੇ ਤਹਿਤ ਟ੍ਰੈਫਿਕ ਸਾਈਨਾਂ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲਾ ਹੈ ਰੈਗੂਲੇਟਰੀ ਸਾਈਨ, ਦੂਸਰਾ ਹੈ ਵਾਰਨਿੰਗ ਸਾਈਨ ਅਤੇ ਤੀਸਰੇ ਹੁੰਦੇ ਹਨ ਇਨਫੋਰਮੇਟਰੀ ਸਾਈਨ। ਆਓ ਹੁਣ ਅਸੀਂ ਜਾਣਦੇ ਹਾਂ ਕਿ ਰੈਗੂਲੇਟਰੀ ਸਾਈਨ ਕਿਹੜੇ ਹੁੰਦੇ ਹਨ। ਰੈਗੂਲੇਟਰੀ ਸਾਈਨ, ਜਿਨ੍ਹਾਂ ਨੂੰ ਅਸੀਂ ਮੈਂਡੇਟਰੀ ਸਾਈਨ ਵੀ ਕਹਿੰਦੇ ਹਾਂ, ਉਹ ਕੀ ਹੁੰਦੇ ਹਨ? ਬੇਟਾ ਜਿਹੜੇ ਰੈਗੂਲੇਟਰੀ ਸਾਈਨ ਹੁੰਦੇ ਨੇ ਨਾ, ਉਹ ਬਹੁਤ ਹੀ ਇੰਪੋਰਟੈਂਟ ਸਾਈਨ ਹੁੰਦੇ ਨੇ। ਸੜਕ ਉੱਪਰ ਹੋਰ ਚਾਹੇ ਕੋਈ ਸਾਈਨ ਹੋਵੇ ਜਾਂ ਨਾ ਹੋਵੇ, ਪਰ ਰੈਗੂਲੇਟਰੀ ਸਾਈਨਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਬੇਟਾ। ਐਗਜ਼ਾਮਪਲ ਦੇ ਤੌਰ 'ਤੇ ਸਟਾਪ ਸਾਈਨ, ਸਾਨੂੰ ਕਿੱਥੇ ਰੁਕਣਾ ਹੈ, ਗਿਵ ਵੇ ਸਾਈਨ, ਸਾਨੂੰ ਕਿਸ ਤਰਫ ਜਾਣਾ ਹੈ, ਲੈਫਟ ਟਰਨ ਪ੍ਰੋਹਿਬਿਟਡ, ਖੱਬੇ ਮੁੜਨਾ ਮਨਾ ਹੈ, ਰਾਈਟ ਟਰਨ ਪ੍ਰੋਹਿਬਿਟਡ, ਸੱਜੇ ਮੁੜਨਾ ਮਨਾ ਹੈ, ਵਨ ਵੇ ਸਾਈਨ, ਇੱਕ ਤਰਫਾ ਰਸਤਾ। ਬੇਟਾ ਰੈਗੂਲੇਟਰੀ ਸਾਈਨਸ ਦਾ ਜਿਹੜਾ ਆਕਾਰ ਹੁੰਦਾ ਹੈ ਉਹ ਇੱਕ ਸਰਕਲ ਦੀ ਤਰ੍ਹਾਂ ਹੁੰਦਾ ਹੈ ਅਤੇ ਉਸ ਸਰਕਲ ਦੇ ਅੰਦਰ ਇੱਕ ਇਨਫੋਰਮੇਟਰੀ ਪਲੇਟ ਲੱਗੀ ਹੁੰਦੀ ਹੈ। ਉਸ ਪਲੇਟ 'ਤੇ ਸਾਰੀ ਡਾਇਰੈਕਸ਼ਨਸ ਜਾਂ ਡਾਇਰੈਕਟਿਵ ਲਿਖੇ ਹੁੰਦੇ ਹਨ ਕਿ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ। ਬੇਟਾ ਜਿੰਨੇ ਵੀ ਮੈਂਡੇਟਰੀ ਸਾਈਨ ਹੁੰਦੇ ਹਨ ਉਸ ਵਿੱਚ ਇੱਕ ਚੀਜ਼ ਬਿਲਕੁਲ ਕਾਮਨ ਹੁੰਦੀ ਹੈ ਕਿ ਉਹਨਾਂ ਦਾ ਹੈੱਡ ਜਿਹੜਾ ਉਹ ਹਮੇਸ਼ਾ ਗੋਲ ਹੀ ਹੁੰਦਾ ਹੈ। ਬੇਟਾ ਪਰ 2 ਸਾਈਨ ਹਨ ਜਿਹੜੇ ਕਿ ਐਕਸੈਪਸ਼ਨ 'ਚ ਆਉਂਦੇ ਹਨ। ਇੱਕ ਤਾਂ ਹੈ ਸਟਾਪ ਸਾਈਨ ਅਤੇ ਦੂਸਰਾ ਹੈ ਗਿਵ ਵੇ ਸਾਈਨ। ਸਟਾਪ ਸਾਈਨ ਬੇਟਾ ਹਮੇਸ਼ਾ ਆਕਟਾਗੋਨਲ ਸ਼ੇਪ ਦਾ ਹੁੰਦਾ ਹੈ ਅਤੇ ਗਿਵ ਵੇ ਸਾਈਨ ਹਮੇਸ਼ਾ ਟ੍ਰਾਇੰਗੂਲਰ ਸ਼ੇਪ ਦਾ ਹੁੰਦਾ ਹੈ। ਬੇਟਾ ਉਹ ਮੈਂਡੇਟਰੀ ਸਾਈਨ ਜਿਨ੍ਹਾਂ ਸਾਈਨਾਂ ਦੇ ਸਰਕਲ ਦੇ ਵਿੱਚ ਇੱਕ ਲਾਈਨ ਲੱਗੀ ਹੁੰਦੀ ਹੈ, ਉਸ ਦਾ ਮਤਲਬ ਹੈ ਕਿ ਇਹ ਸਾਈਨ ਪ੍ਰੋਹਿਬਿਟਡ ਹਨ, ਅਸੀਂ ਇਸ ਕੰਮ ਨੂੰ ਨਹੀਂ ਕਰਨਾ ਹੈ। ਬੇਟਾ ਜਿਸ ਤਰ੍ਹਾਂ ਇਸ ਚਿੱਤਰ ਵਿੱਚ ਯੂ ਟਰਨ ਉੱਤੇ ਇੱਕ ਲਾਈਨ ਲੱਗੀ ਹੋਈ ਹੈ, ਇਸ ਦਾ ਮਤਲਬ ਹੈ ਕਿ ਅਸੀਂ ਯੂ ਟਰਨ ਨਹੀਂ ਲੈ ਸਕਦੇ ਹਾਂ, ਇਸ ਜਗ੍ਹਾ ਤੋਂ ਯੂ ਟਰਨ ਲੈਣਾ ਵਰਜਿਤ ਹੈ। ਅਤੇ ਜਿਨ੍ਹਾਂ ਸਾਈਨਾਂ ਵਿੱਚ ਲਾਈਨ ਨਹੀਂ ਲੱਗੀ ਹੁੰਦੀ ਹੈ, ਇਸ ਦਾ ਮਤਲਬ ਹੈ ਕਿ ਇਹ ਕੰਮ ਕਰਨਾ ਆਵਸ਼ਕ ਹੈ। ਇਸ ਸਾਈਨ ਦੇ ਅਨੁਸਾਰ ਚੱਲਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਇਹਨਾਂ ਸਾਈਨਾਂ ਦੀ ਬਣਤਰ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਕੋਈ ਵੀ ਸਧਾਰਨ ਇਨਸਾਨ ਇਸ ਸਾਈਨ ਦੇ ਚਿੱਤਰ ਨੂੰ ਦੇਖ ਕੇ ਹੀ ਸਮਝ ਸਕਦਾ ਹੈ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ ਹੈ। ਇਹ ਜਿਹੜੇ ਸਾਈਨ ਤੁਸੀਂ ਬੇਟਾ ਦੇਖ ਰਹੇ ਹੋ, ਕੁਝ ਟਰਨਿੰਗਸ ਨੇ ਜਿਹੜੇ ਕਿ ਪ੍ਰੋਹਿਬਿਟਡ ਨੇ, ਇਹ ਆਪਾਂ ਟਰਨ ਨਹੀਂ ਲੈਣੇ ਨੇ। ਸਭ ਤੋਂ ਪਹਿਲਾਂ ਹੈ ਲੈਫਟ ਟਰਨ ਪ੍ਰੋਹਿਬਿਟਡ, ਇਸ ਦਾ ਮਤਲਬ ਹੈ ਕਿ ਅਸੀਂ ਲੈਫਟ ਟਰਨ ਨਹੀਂ ਲੈ ਸਕਦੇ ਹਾਂ। ਦੂਸਰਾ ਹੈ ਰਾਈਟ ਟਰਨ ਪ੍ਰੋਹਿਬਿਟਡ, ਇਸ ਦਾ ਇਹ ਮਤਲਬ ਹੈ ਕਿ ਅਸੀਂ ਰਾਈਟ ਟਰਨ ਨਹੀਂ ਲੈ ਸਕਦੇ ਹਾਂ। ਥਰਡ ਹੈ ਯੂ ਟਰਨ ਪ੍ਰੋਹਿਬਿਟਡ, ਇਸ ਦਾ ਮਤਲਬ ਹੈ ਕਿ ਅਸੀਂ ਇੱਥੋਂ ਯੂ ਟਰਨ ਨਹੀਂ ਲੈ ਸਕਦੇ ਹਾਂ। ਇਸ ਤੋਂ ਅੱਗੇ ਹੈ ਸਟ੍ਰੇਟ ਪ੍ਰੋਹਿਬਿਟਡ, ਇਸ ਦਾ ਮਤਲਬ ਹੈ ਬੇਟਾ ਕਿ ਨੋ ਐਂਟਰੀ, ਅਸੀਂ ਇਸ ਤੋਂ ਅੱਗੇ ਸਿੱਧਾ ਨਹੀਂ ਜਾ ਸਕਦੇ ਹਾਂ। ਇਹਨਾਂ ਸਾਈਨਾਂ ਦਾ ਇਹ ਮਤਲਬ ਹੈ ਕਿ ਸਾਨੂੰ ਇਸ ਕੰਮ ਤੋਂ ਕਰਨ ਤੋਂ ਵਰਜਿਤ ਕੀਤਾ ਹੋਇਆ ਹੈ। ਅਗਰ ਅਸੀਂ ਇਹ ਕੰਮ ਕਰਾਂਗੇ ਤਾਂ ਸਾਡੇ ਨਾਲ ਕੋਈ ਵੀ ਹਾਦਸਾ ਜਾਂ ਦੁਰਘਟਨਾ ਹੋ ਸਕਦੀ ਹੈ। ਨੈਕਸਟ ਜਿਹੜਾ ਬੇਟਾ ਤੁਸੀਂ ਸਾਈਨ ਦੇਖ ਰਹੇ ਹੋ ਨਾ, ਇਸ ਦਾ ਮਤਲਬ ਹੈ ਨੋ ਪਾਰਕਿੰਗ।
ਨੋ ਪਾਰਕਿੰਗ ਦਾ ਮਤਲਬ ਹੈ ਕਿ ਇੱਥੇ ਤੁਸੀਂ ਆਪਣੀ ਗੱਡੀ ਪਾਰਕ ਨਹੀਂ ਕਰ ਸਕਦੇ, ਇੱਥੇ ਤੁਹਾਡੀ ਗੱਡੀ ਖੜੀ ਕਰਨਾ ਮਨ੍ਹਾ ਹੈ। ਅਤੇ ਇਸ ਦੇ ਨਾਲ ਤੁਸੀਂ ਜਿਹੜਾ ਦੂਸਰਾ ਸਾਈਨ ਦੇਖ ਰਹੇ ਹੋ, ਇਸ ਦਾ ਮਤਲਬ ਹੈ ਨੋ ਸਟਾਪਿੰਗ। ਇਸ ਦਾ ਮਤਲਬ ਹੈ ਕਿ ਤੁਸੀਂ ਇੱਥੇ ਖੜੇ ਨਹੀਂ ਹੋ ਸਕਦੇ, ਇੱਥੇ ਨਹੀਂ ਰੁਕ ਸਕਦੇ ਹੋ। ਨੈਕਸਟ ਬੇਟਾ ਜਿਹੜਾ ਸਾਈਨ ਤੁਸੀਂ ਦੇਖ ਰਹੇ ਹੋ, ਇਹ ਲਿਮਿਟ ਦੇ ਸਾਈਨ ਹਨ। ਇਸ ਦੇ ਵਿੱਚ ਹਾਈਟ ਲਿਮਿਟ ਦਿੱਤੀ ਹੋਈ ਹੈ, ਸਪੀਡ ਲਿਮਿਟ ਦਿੱਤੀ ਹੋਈ ਹੈ, ਲੈਂਥ ਲਿਮਿਟ ਦਿੱਤੀ ਹੋਈ ਹੈ, ਲੋਡ ਲਿਮਿਟ ਦਿੱਤੀ ਹੋਈ ਹੈ, ਵਿਡਥ ਲਿਮਿਟ ਦਿੱਤੀ ਹੋਈ ਹੈ, ਐਕਸਲ ਲੋਡ ਲਿਮਿਟ ਦਿੱਤੀ ਹੋਈ ਹੈ। ਹਾਈਟ ਲਿਮਿਟ ਦਾ ਮਤਲਬ ਬੇਟਾ ਇਹ ਹੁੰਦਾ ਹੈ ਕਿ ਇਸ ਤੋਂ ਉੱਪਰ ਦੀ ਹਾਈਟ ਵਾਲੀ ਗੱਡੀ ਆਪਾਂ ਇਸ ਰੋਡ 'ਤੇ ਨਹੀਂ ਚਲਾ ਸਕਦੇ। ਸਪੀਡ ਲਿਮਿਟ ਦਾ ਮਤਲਬ ਇਹ ਹੁੰਦਾ ਹੈ ਬੇਟਾ ਕਿ ਇਸ ਸਪੀਡ ਤੋਂ ਜ਼ਿਆਦਾ ਤੇਜ਼ ਗੱਡੀ ਇਸ ਸੜਕ 'ਤੇ ਨਹੀਂ ਚੱਲ ਸਕਦੀ। ਲੈਂਥ ਲਿਮਿਟ ਦਾ ਮਤਲਬ ਬੇਟਾ ਇਹ ਹੁੰਦਾ ਹੈ ਕਿ ਇਸ ਤੋਂ ਲੰਬੀ ਗੱਡੀ ਇਸ ਸੜਕ ਉੱਪਰ ਨਹੀਂ ਚੱਲ ਸਕਦੀ। ਲੋਡ ਲਿਮਿਟ ਦਾ ਮਤਲਬ ਬੇਟਾ ਇਹ ਹੁੰਦਾ ਹੈ ਕਿ ਇਸ ਤੋਂ ਜ਼ਿਆਦਾ ਵੇਟ ਲੈ ਕੇ ਅਸੀਂ ਇਸ ਸੜਕ ਉੱਪਰ ਨਹੀਂ ਚੱਲ ਸਕਦੇ। ਵਿਡਥ ਲਿਮਿਟ ਦਾ ਮਤਲਬ ਬੇਟਾ ਇਹ ਹੁੰਦਾ ਹੈ ਕਿ ਇਸ ਤੋਂ ਜ਼ਿਆਦਾ ਚੌੜਾਈ ਵਾਲੀ ਗੱਡੀ ਇਸ ਰੋਡ ਉੱਪਰ ਨਹੀਂ ਚੱਲ ਸਕਦੀ। ਅਗਰ ਅਸੀਂ ਇਸ ਦਿੱਤੀ ਹੋਈ ਲਿਮਿਟ ਨੂੰ ਕ੍ਰਾਸ ਕਰਦੇ ਹਾਂ ਤਾਂ ਟ੍ਰੈਫਿਕ ਇੰਚਾਰਜ ਸਾਡੀ ਗੱਡੀ ਨੂੰ ਰੋਕ ਕੇ ਉਸ ਗੱਡੀ ਦਾ ਚਲਾਨ ਕਰ ਸਕਦਾ ਹੈ। ਨੈਕਸਟ ਜਿਹੜਾ ਸਾਈਨ ਬੇਟਾ ਤੁਸੀਂ ਦੇਖ ਰਹੇ ਹੋ, ਇਹ ਹੈ ਕੰਪਲਸਰੀ ਡਾਇਰੈਕਸ਼ਨ ਸਾਈਨ। ਇਸ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਸਾਨੂੰ ਕਿਸ ਡਾਇਰੈਕਸ਼ਨ ਵਿੱਚ ਜਾਣਾ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੈਫਟ ਟਰਨ ਹੈ, ਰਾਈਟ ਟਰਨ ਹੈ, ਗੋ ਸਟ੍ਰੇਟ ਹੈ। ਇਸ ਤੋਂ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿਸ ਤਰਫ ਟਰਨ ਕਰਨਾ ਹੈ। ਰੈਸਟ੍ਰਿਕਸ਼ਨ ਐਂਡ ਸਾਈਨ ਬੇਟਾ ਇਸ ਦਾ ਮਤਲਬ ਹੈ ਕਿ ਅੱਗੇ ਰਸਤਾ ਬੰਦ ਹੈ। ਕਈ ਵਾਰ ਸੜਕ ਵਿੱਚ ਕੰਮ ਚੱਲ ਰਿਹਾ ਹੁੰਦਾ ਹੈ ਅਤੇ ਇੱਥੇ ਸਾਈਨ ਲੱਗਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਅੱਗੇ ਰਸਤਾ ਬੰਦ ਹੈ, ਅਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਹਾਂ। ਇਹ ਬੇਟਾ ਜਿੰਨੇ ਵੀ ਸਾਈਨ ਆਪਾਂ ਦੇਖੇ ਨੇ, ਇਹ ਸਾਰੇ ਰੈਗੂਲੇਟਰੀ ਸਾਈਨ ਨੇ। ਇਹਨਾਂ ਨੂੰ ਹੀ ਮੈਂਡੇਟਰੀ ਸਾਈਨ ਵੀ ਕਿਹਾ ਜਾਂਦਾ ਹੈ। ਹੁਣ ਅਸੀਂ ਇਹ ਸਮਝ ਚੁੱਕੇ ਹਾਂ ਕਿ ਰੈਗੂਲੇਟਰੀ ਸਾਈਨ ਭਾਵ ਮੈਂਡੇਟਰੀ ਸਾਈਨ ਕਿਹੜੇ-ਕਿਹੜੇ ਹੁੰਦੇ ਹਨ ਅਤੇ ਇਹਨਾਂ ਦਾ ਕੀ ਕੰਮ ਹੁੰਦਾ ਹੈ। ਰੈਗੂਲੇਟਰੀ ਸਾਈਨ ਤੋਂ ਬਾਅਦ ਹੁੰਦੇ ਨੇ ਵਾਰਨਿੰਗ ਸਾਈਨ। ਵਾਰਨਿੰਗ ਸਾਈਨ ਬੇਟਾ ਕੁਝ ਇਸ ਤਰ੍ਹਾਂ ਦੇ ਸਾਈਨ ਹੁੰਦੇ ਹਨ। ਵਾਰਨਿੰਗ ਸਾਈਨਸ ਦਾ ਹੈਡ ਜਿਹੜਾ ਬੇਟਾ ਹੁੰਦਾ ਹੈ ਉਹ ਟ੍ਰਾਇੰਗੂਲਰ ਸ਼ੇਪ ਦਾ ਹੁੰਦਾ ਹੈ, ਉਸ ਦਾ ਫੇਸ ਉੱਪਰ ਨੂੰ ਹੁੰਦਾ ਹੈ। ਇਸ ਤੋਂ ਪਹਿਲਾਂ ਤੁਸੀਂ ਗਿਵ ਵੇ ਸਾਈਨ ਦੇਖਿਆ ਸੀ, ਪਰ ਉਸ ਦੇ ਟ੍ਰਾਇੰਗਲ ਦਾ ਜਿਹੜਾ ਫੇਸ ਸੀ ਉਹ ਨੀਚੇ ਨੂੰ ਸੀ, ਉਹ ਮੈਂਡੇਟਰੀ ਸਾਈਨ ਸੀ। ਜਿਹੜਾ ਵਾਰਨਿੰਗ ਸਾਈਨ ਦਾ ਫੇਸ ਹੁੰਦਾ ਹੈ ਉਹ ਬੇਟਾ ਉੱਪਰ ਨੂੰ ਹੁੰਦਾ ਹੈ, ਟੌਪ। ਸਾਰੇ ਬੇਟਾ ਜਿਹੜੇ ਤੁਸੀਂ ਸਾਈਨ ਦੇਖ ਰਹੇ ਹੋ ਵਾਰਨਿੰਗ ਸਾਈਨ ਨੇ। ਜਿਸ ਤਰ੍ਹਾਂ ਮੈਨ ਐਟ ਵਰਕ, ਅੱਗੇ ਕੰਮ ਚੱਲ ਰਿਹਾ ਹੈ, ਅੱਗੇ ਰੇਲਵੇ ਕ੍ਰਾਸਿੰਗ ਹੈ, ਅੱਗੇ ਅੱਗ ਲੱਗੀ ਹੋਈ ਹੈ, ਅੱਗੇ ਜਾਣਾ ਮਨ੍ਹਾ ਹੈ। ਇਸ ਤਰ੍ਹਾਂ ਸਾਰੇ ਹੀ ਸਾਈਨ ਵਾਰਨਿੰਗ ਸਾਈਨ ਹੁੰਦੇ ਹਨ। ਇਹ ਪਹਿਲਾਂ ਹੀ ਵਾਰਨ ਕੀਤਾ ਜਾਂਦਾ ਹੈ ਕਿ ਤੁਸੀਂ ਅੱਗੇ ਇਹ ਚੀਜ਼ਾਂ ਹਨ ਅਤੇ ਅੱਗੇ ਜਾਣ ਤੋਂ ਪਰਹੇਜ਼ ਹੈ। ਨੈਕਸਟ ਸਾਈਨ ਜਿਹੜਾ ਬੇਟਾ ਅਸੀਂ ਪੜ੍ਹਨ ਜਾ ਰਹੇ ਨੇ ਉਹ ਨੇ ਇਨਫੋਰਮੇਟਰੀ ਸਾਈਨ। ਇਨਫੋਰਮੇਟਰੀ ਸਾਈਨ ਦਾ ਮਤਲਬ ਇਹ ਹੁੰਦਾ ਬੇਟਾ ਕਿ ਜਿਹੜੇ ਸਾਈਨ ਸਾਨੂੰ ਇਨਫੋਰਮੇਸ਼ਨ ਦਿੰਦੇ ਨੇ। ਇਹਨਾਂ ਸਾਈਨਾਂ ਨੂੰ ਦੇਖ ਕੇ ਹੀ ਪਤਾ ਚੱਲ ਜਾਂਦਾ ਹੈ ਕਿ ਇਸ ਤੋਂ ਦਿੱਲੀ ਕਿੰਨੇ ਕਿਲੋਮੀਟਰ ਹੈ, ਪੂਨੇ ਕਿਲੋਮੀਟਰ ਹੈ, ਗੋਆ ਕਿੰਨੇ ਕਿਲੋਮੀਟਰ ਹੈ ਅਤੇ ਕਿਸ ਸਾਈਡ ਗੋਆ ਨੂੰ ਜਾਣਾ ਹੈ, ਕਿਸ ਸਾਈਡ ਦਿੱਲੀ ਵਾਸਤੇ ਜਾਣਾ ਹੈ, ਕਿਸ ਸਾਈਡ ਲਈ ਏਅਰਪੋਰਟ ਵਾਸਤੇ ਜਾਣਾ ਹੈ। ਇਹਨਾਂ ਸਾਈਨਾਂ ਨੂੰ ਦੇਖ ਕੇ ਹੀ ਪਤਾ ਚੱਲ ਜਾਂਦਾ ਹੈ ਕਿ ਅਸੀਂ ਹੁਣ ਕਿਸ ਜਗ੍ਹਾ 'ਤੇ ਹਾਂ, ਅਸੀਂ ਇਸ ਤੋਂ ਅੱਗੇ ਕਿਸ ਜਗ੍ਹਾ 'ਤੇ ਜਾ ਸਕਦੇ ਹਾਂ ਅਤੇ ਉਹ ਜਗ੍ਹਾ ਕਿੰਨੇ ਕਿਲੋਮੀਟਰ ਹੈ, ਉਸ ਜਗ੍ਹਾ ਦੀ ਡਾਇਰੈਕਸ਼ਨ ਕਿਸ ਸਾਈਡ ਹੈ ਅਤੇ ਕਿੰਨਾ ਸਮਾਂ ਲੱਗੇਗਾ। ਇਨਫੋਰਮੇਟਰੀ ਸਾਈਨ ਦਾ ਮਤਲਬ ਬੇਟਾ ਜਿਹੜੇ ਸਾਈਨ ਸਾਨੂੰ ਇਨਫੋਰਮੇਸ਼ਨ ਦਿੰਦੇ ਹਨ। ਉਹ ਸਾਈਨ ਲਿਖ ਕੇ ਵੀ ਹੋ ਸਕਦੇ ਨੇ, ਉਹ ਸਾਈਨ ਫੋਟੋ ਵੀ ਹੋ ਸਕਦੇ ਨੇ, ਉਹ ਕੋਈ ਸ਼ੇਪ ਵੀ ਹੋ ਸਕਦੀ ਹੈ, ਜਿਨ੍ਹਾਂ ਨੂੰ ਦੇਖ ਕੇ ਹੀ ਇਨਫੋਰਮੇਸ਼ਨ ਮਿਲ ਜਾਵੇ ਕਿ ਅੱਗੇ ਕੀ ਹੈ। ਕਈ ਵਾਰ ਤੁਸੀਂ ਰਸਤੇ ਵਿੱਚ ਚੱਲਦਿਆਂ ਦੇਖਿਆ ਹੋਏਗਾ ਕਿ ਕਿਸੇ ਜਗ੍ਹਾ ਕਿਸੇ ਪੈਟਰੋਲ ਪੰਪ ਦੀ ਫੋਟੋ ਲੱਗੀ ਹੁੰਦੀ ਹੈ, ਕਿਸੇ ਜਗ੍ਹਾ ਕਿਸੇ ਰੈਸਟੋਰੈਂਟ ਦੀ ਫੋਟੋ ਲੱਗੀ ਹੁੰਦੀ ਹੈ, ਕਿਸੇ ਜਗ੍ਹਾ ਕੋਈ ਹੋਰ ਇਨਫੋਰਮੇਸ਼ਨ ਸਾਈਨ ਬਣਿਆ ਹੁੰਦਾ ਹੈ ਅਤੇ ਉਸ ਇਨਫੋਰਮੇਸ਼ਨ ਸਾਈਨ ਨੂੰ ਸਾਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਅੱਗੇ ਇਹ ਚੀਜ਼ ਹੈ। ਇਨਫੋਰਮੇਟਰੀ ਸਾਈਨ ਮਤਲਬ ਕਿ ਗਾਈਡਿੰਗ ਸਾਈਨ, ਜਿਸ ਨੂੰ ਦੇਖ ਕੇ ਸਾਨੂੰ ਪਤਾ ਚੱਲ ਜਾਂਦਾ ਕਿ ਅੱਗੇ ਕੀ ਹੈ। ਜਿਸ ਤਰ੍ਹਾਂ ਕਿ ਅੱਗੇ ਸਕੂਲ ਹੈ, ਅੱਗੇ ਪੈਟਰੋਲ ਪੰਪ ਹੈ, ਅੱਗੇ ਰੈਸਟੋਰੈਂਟ ਹੈ, ਦਿੱਲੀ ਕਿੰਨੇ ਕਿਲੋਮੀਟਰ ਹੈ, ਦਿੱਲੀ ਨੂੰ ਜਾਣ ਦਾ ਰਸਤਾ ਕਿਹੜਾ ਹੈ, ਦਿੱਲੀ ਨੂੰ ਜਾਣ ਵਾਸਤੇ ਸਿੱਧਾ ਜਾਓ, ਦੇਹਰਾਦੂਨ ਨੂੰ ਜਾਣ ਵਾਸਤੇ ਲੈਫਟ ਜਾਓ, ਮੁੰਬਈ ਨੂੰ ਜਾਣ ਵਾਸਤੇ ਰਾਈਟ ਜਾਓ। ਇਸ ਤਰ੍ਹਾਂ ਦੇ ਸਾਰੇ ਹੀ ਸਾਈਨ ਇਨਫੋਰਮੇਟਰੀ ਸਾਈਨ ਹੁੰਦੇ ਹਨ। ਕਈ ਵਾਰੀ ਤੁਸੀਂ ਦੇਖਿਆ ਹੋਵੇਗਾ ਸੜਕ 'ਤੇ ਕੁਝ ਮੀਲ ਪੱਥਰ ਲੱਗੇ ਹੁੰਦੇ ਹਨ, ਜਿਸ ਦੇ ਉੱਪਰ ਇਹ ਲਿਖਿਆ ਹੁੰਦਾ ਹੈ ਕਿ ਭਰਤਪੁਰ ਇੱਥੋਂ ਕਿੰਨੇ ਕਿਲੋਮੀਟਰ ਹੈ, ਜੈਪੁਰ ਇਸ ਜਗ੍ਹਾ ਤੋਂ ਕਿੰਨੇ ਕਿਲੋਮੀਟਰ ਹੈ, ਮੁੰਬਈ ਇੱਥੋਂ ਕਿੰਨੇ ਕਿਲੋਮੀਟਰ ਹੈ, ਵਗੈਰਾ ਵਗੈਰਾ। ਬੇਟਾ ਇਨਫੋਰਮੇਟਰੀ ਸਾਈਨ ਜਿਹੜੇ ਉਹ ਕਿਸੇ ਵੀ ਤਰ੍ਹਾਂ ਹੋ ਸਕਦੇ ਆ। ਉਹ ਲਿਖ ਕੇ ਵੀ ਹੋ ਸਕਦੇ ਆ, ਉਹ ਇੱਕ ਬੋਰਡ ਵੀ ਹੋ ਸਕਦਾ ਹੈ, ਉਹ ਇੱਕ ਸ਼ੇਪ ਵੀ ਹੋ ਸਕਦੀ ਹੈ। ਐਗਜ਼ਾਮਪਲ ਸਭ ਤੋਂ ਪਹਿਲਾ ਜਿਹੜਾ ਸਾਈਨ ਹੈਗਾ ਆ ਉਹ ਹੈਗਾ ਡਾਇਰੈਕਸ਼ਨਲ ਆਈਡੈਂਟੀਫਾਈਂਗ ਸਾਈਨ। ਇਸ ਸਾਈਨ ਨੂੰ ਦੇਖ ਕੇ ਹੀ ਸਾਨੂੰ ਪਤਾ ਲੱਗ ਜਾਂਦਾ ਹੈ
ਕਿ ਕਿਸ ਜਗ੍ਹਾ ਦੀ ਡਾਇਰੈਕਸ਼ਨ ਕਿਸ ਤਰਫ ਹੈ। ਇਸ ਤਰ੍ਹਾਂ ਤੁਸੀਂ ਇਸ ਸਾਈਨ ਵਿੱਚ ਦੇਖ ਹੀ ਰਹੇ ਹੋਗੇ ਕਿ ਨਿਊ ਦਿੱਲੀ ਨੂੰ ਜਾਣ ਲਈ ਸਾਨੂੰ ਬਿਲਕੁਲ ਸਿੱਧਾ ਜਾਣਾ ਪਵੇਗਾ ਅਤੇ ਮੁੰਬਈ ਨੂੰ ਜਾਣ ਲਈ ਰਾਈਟ ਜਾਣਾ ਪਵੇਗਾ ਅਤੇ ਇਸ ਗਾਓਂ ਨੂੰ ਜਾਣ ਲਈ ਸਾਨੂੰ ਲੈਫਟ ਜਾਣਾ ਪਵੇਗਾ। ਇਸ ਸਾਈਨ ਨੂੰ ਦੇਖ ਕੇ ਹੀ ਸਾਨੂੰ ਪਹਿਲਾਂ ਹੀ ਇਨਫੋਰਮੇਸ਼ਨ ਹੋ ਜਾਂਦੀ ਹੈ ਕਿ ਕਿਸ ਜਗ੍ਹਾ ਦੀ ਡਾਇਰੈਕਸ਼ਨ ਕਿਸ ਸਾਈਡ ਹੈ। ਦੂਸਰੀ ਤਰ੍ਹਾਂ ਦੇ ਸਾਈਨ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ ਫੈਸਿਲਿਟੀ ਇਨਫੋਰਮੇਸ਼ਨ ਸਾਈਨ, ਜਿਸ ਦੇ ਵਿੱਚ ਪਬਲਿਕ ਟੈਲੀਫੋਨ, ਹੌਸਪੀਟਲ, ਪੈਟਰੋਲ ਪੰਪ, ਰੈਸਟੋਰੈਂਟ ਵਗੈਰਾ। ਬੇਟਾ ਜਿਹੜੇ ਵੀ ਸਾਈਨ ਕਿਸੇ ਏਰੀਏ ਦੀ ਪਿਕਚਰ ਜਾਂ ਇਨਫੋਰਮੇਸ਼ਨ ਦੱਸਦੇ ਨੇ ਉਹਨਾਂ ਨੂੰ ਇਨਫੋਰਮੇਟਰੀ ਸਾਈਨ ਕਿਹਾ ਜਾਂਦਾ ਹੈ। ਹੁਣ ਤੱਕ ਆਪਾਂ ਟ੍ਰੈਫਿਕ ਸਾਈਨਸ ਬਾਰੇ ਬੜੀ ਚੰਗੀ ਤਰ੍ਹਾਂ ਜਾਣ ਚੁੱਕੇ ਹਾਂ। ਆਓ ਹੁਣ ਇਹ ਜਾਣਦੇ ਹਾਂ ਕਿ ਟ੍ਰੈਫਿਕ ਸਿਗਨਲਸ ਕੀ ਹੁੰਦੇ ਨੇ। ਰੋਡ ਸਾਈਨਸ ਬੇਟਾ ਜ਼ਿਆਦਾਤਰ ਨਾ ਰੇਡੀਅਮ ਦੇ ਬਣਾਏ ਜਾਂਦੇ ਆ ਤਾਂ ਕਿ ਰਾਤ ਦੇ ਸਮੇਂ ਸੜਕ ਉੱਤੇ ਚੱਲਦੇ ਸਮੇਂ ਜਾਂ ਫਿਰ ਗੱਡੀ ਚਲਾਉਂਦੇ ਸਮੇਂ ਇਹ ਰੋਡ ਸਾਈਨ ਸਾਨੂੰ ਆਸਾਨੀ ਨਾਲ ਦਿਖਾਈ ਦੇ ਸਕਣ। ਬੇਟਾ ਨੈਕਸਟ ਜਿਹੜਾ ਟ੍ਰੈਫਿਕ ਕੰਟਰੋਲ ਡਿਵਾਈਸ ਹੈਗਾ ਉਹ ਹੈਗਾ ਰੋਡ ਮਾਰਕਿੰਗ। ਰੋਡ ਮਾਰਕਿੰਗ ਦਾ ਮਤਲਬ ਬੇਟਾ ਇਹ ਹੁੰਦਾ ਹੈ ਕਿ ਜਿਹੜੀਆਂ ਰੋਡ ਉੱਤੇ ਵਾਈਟ ਕਲਰ ਦੀਆਂ ਲਾਈਨਸ ਜਾਂ ਫਿਰ ਯੈਲੋ ਕਲਰਸ ਦੀਆਂ ਲਾਈਨ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਰੋਡ ਮਾਰਕਿੰਗ ਕਿਹਾ ਜਾਂਦਾ ਹੈ। ਇਹ ਲਾਈਨਾਂ ਅਲੱਗ-ਅਲੱਗ ਪ੍ਰਕਾਰ ਦੀਆਂ ਹੁੰਦੀਆਂ ਹਨ ਅਤੇ ਅਲੱਗ-ਅਲੱਗ ਪ੍ਰਕਾਰ ਦੀ ਇੰਸਟਰਕਸ਼ਨ ਨੂੰ ਦਰਸਾਉਂਦੀਆਂ ਹਨ, ਜਿਵੇਂ ਪੈਡੈਸਟਲ ਕ੍ਰਾਸਿੰਗ, ਜ਼ੀਬਰਾ ਕ੍ਰਾਸਿੰਗ ਆਦਿ। ਰੋਡ ਮਾਰਕਿੰਗ ਲਾਈਨਸ ਬੇਟਾ ਅਲੱਗ-ਅਲੱਗ ਕਿਸਮ ਦੀ ਲੇਨਸ ਨੂੰ ਵੀ ਦਰਸਾਉਂਦੀਆਂ ਨੇ ਕਿ ਕਿਸ ਲੇਨ ਵਿੱਚ ਕਿਸ ਸਪੀਡ ਦੀ ਗੱਡੀ ਨੇ ਚੱਲਣਾ ਹੈ ਅਤੇ ਦੂਸਰੀ ਲੇਨ ਵਿੱਚ ਕਿਸ ਸਪੀਡ ਦੀ ਗੱਡੀ ਨੇ ਚੱਲਣਾ ਹੈ। ਰੋਡ ਮਾਰਕਿੰਗਸ ਨੂੰ ਐਕਸੀਡੈਂਟ ਨੂੰ ਰੋਕਣ ਲਈ ਅਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਂਦਾ ਹੈ। ਆਓ ਹੁਣ ਜਾਣਦੇ ਹਾਂ ਕਿ ਟ੍ਰੈਫਿਕ ਸਿਗਨਲ ਕੀ ਹੁੰਦੇ ਨੇ। ਬੇਟਾ ਤੁਸੀਂ ਗੱਡੀ ਚਲਾਉਂਦੇ ਸਮੇਂ ਹਰੇ, ਲਾਲ ਅਤੇ ਪੀਲੇ ਰੰਗ ਦੀਆਂ ਲਾਈਟਾਂ ਤਾਂ ਦੇਖੀਆਂ ਹੀ ਹੋਣਗੀਆਂ, ਜਿਹੜੀਆਂ ਕਿ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਕੰਮ ਆਉਂਦੀਆਂ ਹਨ। ਉਸ ਨੂੰ ਟ੍ਰੈਫਿਕ ਸਿਗਨਲ ਕਿਹਾ ਜਾਂਦਾ ਹੈ। ਇਹ ਜਿਹੜੀ ਪਿਕਚਰ ਬੇਟਾ ਤੁਹਾਨੂੰ ਦਿਖਾਈ ਦੇ ਰਹੀ ਹੈ ਇੱਕ ਟ੍ਰੈਫਿਕ ਕੰਟਰੋਲ ਡਿਵਾਈਸ ਹੈ। ਅਮੂਮਨ ਸਾਰੇ ਬੱਚਿਆਂ ਨੇ ਲਗਭਗ ਇਹ ਦੇਖਿਆ ਹੀ ਹੋਵੇਗਾ। ਇਸ ਨੂੰ ਟ੍ਰੈਫਿਕ ਲਾਈਟ ਕਹਿੰਦੇ ਹਨ। ਇਸ ਦੇ ਉੱਪਰ ਸਭ ਤੋਂ ਉੱਪਰ ਜਿਹੜੀ ਲਾਈਟ ਲੱਗੀ ਹੋਈ ਹੈ ਰੈੱਡ ਕਲਰ ਦੀ, ਉਸ ਲਾਈਟ ਦਾ ਮਤਲਬ ਹੈ ਕਿ ਜਦ ਇਹ ਲਾਈਟ ਜਲ ਰਹੀ ਹੁੰਦੀ ਹੈ ਤਾਂ ਸਾਨੂੰ ਸਭ ਨੂੰ ਰੁਕਣਾ ਹੁੰਦਾ ਹੈ। ਇਸ ਲਾਈਟ ਦੇ ਜਲਣ ਦਾ ਟਾਈਮ ਆਟੋਮੈਟਿਕਲੀ ਸੈੱਟ ਕੀਤਾ ਹੁੰਦਾ ਹੈ। ਕੁਝ ਨਿਰਧਾਰਤ ਸਮੇਂ ਤੋਂ ਬਾਅਦ ਇਹ ਰੈੱਡ ਲਾਈਟ ਬੰਦ ਹੋ ਜਾਂਦੀ ਹੈ ਅਤੇ ਯੈਲੋ ਲਾਈਟ ਜਲ ਜਾਂਦੀ ਹੈ। ਯੈਲੋ ਲਾਈਟ ਜਲਣ ਦਾ ਮਤਲਬ ਹੁੰਦਾ ਹੈ ਕਿ ਜਾਣ ਵਾਸਤੇ ਤਿਆਰ ਹੋ ਜਾਓ, ਬੀ ਰੈਡੀ। ਇਹ ਯੈਲੋ ਲਾਈਟ ਦਾ ਟਾਈਮ ਵੀ ਆਟੋਮੈਟਿਕਲੀ ਸੈੱਟ ਕੀਤਾ ਹੁੰਦਾ ਹੈ। ਕੁਝ ਨਿਰਧਾਰਤ ਸਮੇਂ ਤੋਂ ਬਾਅਦ ਇਹ ਯੈਲੋ ਲਾਈਟ ਵੀ ਬੰਦ ਹੋ ਜਾਂਦੀ ਹੈ ਅਤੇ ਗ੍ਰੀਨ ਲਾਈਟ ਜਲ ਜਾਂਦੀ ਹੈ। ਗ੍ਰੀਨ ਲਾਈਟ ਜਲਣ ਦਾ ਮਤਲਬ ਹੈ ਕਿ ਰਸਤਾ ਬਿਲਕੁਲ ਸਾਫ਼ ਹੈ, ਹੁਣ ਤੁਸੀਂ ਜਾ ਸਕਦੇ ਹੋ। ਇਸ ਲਾਈਟ ਵਿੱਚ ਬੇਟਾ ਟਾਈਮ ਸੈੱਟ ਕੀਤਾ ਹੁੰਦਾ ਹੈ ਕਿ ਕਿੰਨੇ ਟਾਈਮ ਤੱਕ ਗ੍ਰੀਨ ਲਾਈਟ ਚੱਲੇਗੀ, ਕਿੰਨੇ ਟਾਈਮ ਤੱਕ ਰੈੱਡ ਲਾਈਟ ਚੱਲੇਗੀ ਔਰ ਕਿੰਨੇ ਟਾਈਮ ਤੱਕ ਯੈਲੋ ਲਾਈਟ ਚੱਲੇਗੀ। ਇਹ ਲਾਈਟ ਆਪਣੇ ਆਪ ਹੀ ਟਾਈਮ ਦੇ ਅਕੋਰਡਿੰਗ ਬੰਦ ਹੁੰਦੀ ਅਤੇ ਜਗਦੀ ਰਹਿੰਦੀ ਹੈ, ਜਿਸ ਨਾਲ ਸੜਕ ਉੱਤੇ ਚੱਲਣ ਵਾਲੀ ਟ੍ਰੈਫਿਕ ਨੂੰ ਬਹੁਤ ਹੀ ਮਦਦ ਮਿਲਦੀ ਹੈ ਅਤੇ ਉਹ ਬੜੀ ਸੁਖਾਲੀ ਨਾਲ ਸੜਕ ਪਾਰ ਕਰ ਜਾਂਦੀ ਹੈ। ਇੱਕ ਚੰਗੇ ਨਾਗਰਿਕ ਲਈ ਇਹਨਾਂ ਟ੍ਰੈਫਿਕ ਲਾਈਟਾਂ ਦਾ ਪਾਲਣ ਕਰਨਾ ਬਹੁਤ ਹੀ ਜ਼ਰੂਰੀ ਹੈ। ਟ੍ਰੈਫਿਕ ਲਾਈਟਸ ਦਾ ਪਾਲਣ ਕਰਨ ਨਾਲ ਵੱਧ ਤੋਂ ਵੱਧ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਟ੍ਰੈਫਿਕ ਨੂੰ ਬੜੇ ਹੀ ਸੁਖਾਲੇ ਢੰਗ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਜਿਸ ਜਗ੍ਹਾ ਉੱਪਰ ਇਹ ਲਾਈਟਸ ਨਹੀਂ ਲੱਗੀਆਂ ਹੁੰਦੀਆਂ ਉੱਥੇ ਟ੍ਰੈਫਿਕ ਕੰਟਰੋਲਰ ਵੱਲੋਂ ਹੈਂਡ ਹੈਲਡ ਟ੍ਰੈਫਿਕ ਲਾਈਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਟ੍ਰੈਫਿਕ ਕੰਟਰੋਲਰ ਦੇ ਹੱਥ ਵਿੱਚ ਇੱਕ ਹੈਂਡ ਹੈਲਡ ਲਾਈਟ ਹੁੰਦੀ ਹੈ, ਜਿਸ ਦਾ ਇੱਕ ਵਾਰੀ ਬਟਨ ਦੱਬਣ ਨਾਲ ਉਸ ਦੀ ਰੈੱਡ ਲਾਈਟ ਜਲ ਜਾਂਦੀ ਹੈ ਅਤੇ ਦੂਸਰੀ ਵਾਰ ਦੱਬਣ ਨਾਲ ਗ੍ਰੀਨ ਲਾਈਟ ਜਲ ਜਾਂਦੀ ਹੈ ਅਤੇ ਤੀਸਰੀ ਵਾਰ ਬਟਨ ਦੱਬਣ ਨਾਲ ਯੈਲੋ ਲਾਈਟ ਜਲ ਜਾਂਦੀ ਹੈ। ਘੱਟ ਟ੍ਰੈਫਿਕ ਵਾਲੀ ਜਗ੍ਹਾ 'ਤੇ ਇਸ ਹੈਂਡ ਹੈਲਡ ਲਾਈਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਦ ਵੀ ਟ੍ਰੈਫਿਕ ਨੂੰ ਰੋਕਣਾ ਹੁੰਦਾ ਹੈ ਤਾਂ ਟ੍ਰੈਫਿਕ ਕੰਟਰੋਲਰ ਹੈਂਡ ਹੈਲਡ ਟ੍ਰੈਫਿਕ ਲਾਈਟ ਦੀ ਰੈੱਡ ਲਾਈਟ ਜਲਾ ਦਿੰਦਾ ਹੈ ਅਤੇ ਟ੍ਰੈਫਿਕ ਨੂੰ ਦਿਖਾ ਦਿੰਦਾ ਹੈ। ਜਦੋਂ ਉਸਨੇ ਟ੍ਰੈਫਿਕ ਨੂੰ ਅੱਗੇ ਭੇਜਣਾ ਹੁੰਦਾ ਹੈ ਤਾਂ ਗ੍ਰੀਨ ਕਲਰ ਦੀ ਲਾਈਟ ਜਗਾ ਕੇ ਉਹਨਾਂ ਨੂੰ ਇਸ਼ਾਰਾ ਦੇ ਦਿੰਦਾ ਹੈ ਅਤੇ ਟ੍ਰੈਫਿਕ ਅੱਗੇ ਚਲੀ ਜਾਂਦੀ ਹੈ। ਕਈ ਜਗ੍ਹਾ 'ਤੇ ਹੱਥ ਦੇ ਇਸ਼ਾਰਿਆਂ ਨਾਲ ਵੀ ਟ੍ਰੈਫਿਕ ਕੰਟਰੋਲਰ ਦੁਆਰਾ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਂਦਾ ਹੈ। ਕੁਝ ਐਸੀ ਵੀ ਜਗ੍ਹਾ ਹੁੰਦੀਆਂ ਹਨ ਜਿੱਥੇ ਕੋਈ ਵੀ ਟ੍ਰੈਫਿਕ ਕੰਟਰੋਲ ਡਿਵਾਈਸ ਨਾ ਹੋਣ 'ਤੇ ਟ੍ਰੈਫਿਕ ਕੰਟਰੋਲਰ ਟ੍ਰੈਫਿਕ ਨੂੰ ਹੱਥ ਦੇ ਇਸ਼ਾਰਿਆਂ ਨਾਲ ਹੀ ਕੰਟਰੋਲ ਕਰਦਾ ਹੈ ਅਤੇ ਯਾਤਾਯਾਤ ਨੂੰ ਸੁਖਾਲਾ ਬਣਾਉਂਦਾ ਹੈ। ਆਓ ਦੇਖਦੇ ਹਾਂ ਕਿ ਇੱਕ ਟ੍ਰੈਫਿਕ ਕੰਟਰੋਲਰ ਹੱਥ ਦੇ ਇਸ਼ਾਰਿਆਂ ਨਾਲ ਟ੍ਰੈਫਿਕ ਨੂੰ ਕਿਵੇਂ ਕੰਟਰੋਲ ਕਰਦਾ ਹੈ। To stop vehicles approaching from behind.
To stop vehicles coming from front. To stop vehicles approaching simultaneously from front and behind. To start one-side vehicles. To stop vehicles approaching simultaneously from right side and behind. To stop vehicles approaching simultaneously from right and left. To start vehicles approaching from left. To start vehicles approaching from right. To start vehicles approaching simultaneously from front and behind. ਮੈਨੂੰ ਆਸ ਹੈ ਕਿ ਅੱਜ ਦਾ ਇਹ ਟੌਪਿਕ ਟ੍ਰੈਫਿਕ ਕੰਟਰੋਲ ਐਂਡ ਪਾਰਕਿੰਗ ਤੁਹਾਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਥੈਂਕ ਯੂ।